ਸਤਨਾਮ ਸ੍ਰੀ ਵਾਹਿਗੁਰੂ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, तेते औगण हमारे दया करहो। किश मेहर उपावहो, डुबदे पत्थर तारे दया करहो। किश मेहर उपावहो, डुबदे पत्थर तारे सम्मानयोग गुरु की साजी हुई गुरु प्यारी संगत जी, बहुत ही प्यारे सतगुरु दीन दुनी दे पातशाह जी ने साडे उपर तरस करके सानू ये जो साध संगत है ये बख्शी है जी। वड्डे भागां दे नाल ये नसीब हुंदी आ। सो आओ आपां इहदा लाहा खट्टीए जी। गुरबाणी दी विचार नूं आरंभ किया जाए। सनिमर फतेह प्रवान करो जी। वाहिगुरु जी का खालसा, वाहिगुरु जी की फतेह जी। अज दा जो पावन हुक्मनामा साहिब है, ये शहीदां दे सिरताज ਅਤੇ शांति दे पुंज गुरु अर्जन देव जी महाराज उन्हां दी रसना तो गायन कीता है जी। जो कि राग जैतसरी दे विच 701 अंग तो आरंभ हो के 702 अंग ते संपूर्ण हो जाता है। इस शब्द दे अंदर गुरु अर्जन देव जी महाराज कहते ने कि कोई काश किते कोई ओदा जन होवे, वाहिगुरु दा सेवक होवे, ਉਹ ਆ ਕੇ ਮੈਨੂੰ ਸਮਝ ਦਵੇ। ਜਿਸ ਸਮਝ ਦੇ ਨਾਲ ਮੈਨੂੰ ਗੁਰੂ ਦੀ ਅਹਿਮੀਅਤ ਦੀ ਸਮਝ ਆ ਜੇ। ਦੇਖੋ ਹੁਣ ਸਮਝ ਜਿਹੜੀ ਆ ਨਾ ਆਪਣੇ ਆਪ ਦੇ ਵਿੱਚ ਬਹੁਤ ਇੱਕ ਵੱਡੀ ਸ਼ੈ ਹੈ, ਵੱਡੀ ਚੀਜ਼ ਆ। ਜੇ ਸਮਝ ਨਾ ਹੋਵੇ ਇਨਸਾਨ ਕੀ ਕਰਦਾ, ਉਹਦੇ ਤੋਂ ਜਿੰਦਾ ਹੀ ਨਹੀਂ ਖੁੱਲ੍ਹਦਾ। ਭਾਵੇਂ ਉਹਦੇ ਕੋਲ ਕੁੰਜੀ ਹੋਵੇ, ਕੁੰਜੀਆਂ ਦੇ ਗੁੱਛੇ ਦੇ ਵਿੱਚੋਂ ਇਹ ਸਮਝ ਨਾ ਹੋਵੇ ਬੰਦਾ, ਉਹ ਜਿਹੜਾ ਤਾਲਾ ਹੈ ਘਰ ਦਾ ਉਹਨੂੰ ਵੀ ਨਹੀਂ ਖੋਲ੍ਹ ਸਕਦਾ। ਜਾਂ ਬਲਬ ਦੀ ਜਗ੍ਹਾ 'ਤੇ ਪੱਖਾ, ਪੱਖੇ ਦੀ ਜਗ੍ਹਾ ਬਲਬ ਛੱਡਦਾ। ਇਹ ਸਮਝ ਤੋਂ ਬਿਨਾਂ, ਜਿਹੜੀ ਸਮਝ ਆ ਨਾ ਬਹੁਤ ਵੱਡੀ ਗੱਲ ਹੋ ਜਾਂਦੀ ਆ। ਅਧਿਆਤਮ ਦੇ ਵਿੱਚ ਤਾਂ ਬੜੀ ਵੱਡੀ ਸਮਝ ਚਾਹੀਦੀ ਹੈ। ਇਹ ਤਾਂ ਸਮਾਜ ਦੀਆਂ ਗੱਲਾਂ ਹੋ ਗਈਆਂ,
ਰੂਟੀਨ ਦੀਆਂ ਗੱਲਾਂ ਹੋ ਗਈਆਂ ਸਾਡੀਆਂ। ਇਹਦੇ ਵਿੱਚ ਇੰਨੀ ਸਮਝ ਚਾਹੀਦੀ ਆ। ਤੇ ਜੇ ਗੁਰੂ ਵਾਲੀਆਂ ਗੱਲਾਂ ਸਮਝਣੀਆਂ ਨੇ, ਉਹਦੇ ਲਈ ਕਿੰਨੀ ਸਮਝ ਚਾਹੀਦੀ ਹੋਊਗੀ, ਤੁਸੀਂ ਆਪੇ ਹੀ ਹਿਸਾਬ ਲਾਓ। ਜੇ ਦੁਨਿਆਵੀ ਸਮਝ ਨਾ ਹੋਵੇ, ਬੰਦਾ ਵਪਾਰ ਨਹੀਂ ਕਰ ਸਕਦਾ। ਸਮਾਨ ਖਰੀਦਣ ਭੇਜ ਦਈਏ ਕਿਸੇ ਨੂੰ, ਸੌਦਾ ਪੱਤਾ, ਜੇ ਉਹਨੂੰ ਸਮਝ ਨਹੀਂ, ਉਹ ਲਿਆ ਹੀ ਨਹੀਂ ਸਕਦਾ। ਨਿੱਕੀਆਂ ਨਿੱਕੀਆਂ ਚੀਜ਼ਾਂ ਅਸੀਂ ਵੇਖਦੇ ਹਾਂ ਕਿ ਸਮਝ ਦੇ ਦੁਆਰਾ ਹੀ ਹੋ ਰਹੀਆਂ ਨੇ। ਸਮਝ ਦੁਆਰਾ ਹੀ ਇਨਸਾਨ ਦੀ ਬੋਲ ਬਾਣੀ ਹੁੰਦੀ ਆ। ਸਮਝ ਦੁਆਰਾ ਜਿੰਨੀ ਕੁ ਕਿਸੇ ਦੀ ਸਮਝ ਹੁੰਦੀ ਆ, ਓਨੀ ਕੁ ਕਿਸੇ ਦੀ ਜ਼ਿੰਦਗੀ ਹੁੰਦੀ ਆ। ਜਿੰਨੀ ਕੁ ਕਿਸੇ ਦੀ ਜ਼ਿੰਦਗੀ ਹੁੰਦੀ ਆ, ਓਨੇ ਕੁ ਉਹਦੇ ਰਿਸ਼ਤੇ ਹੁੰਦੇ ਨੇ, ਓਨੇ ਕੁ ਨਾਤੇ ਹੁੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅੱਜ ਦੇ ਬਚਨਾਂ ਦੇ ਵਿੱਚ, ਰਾਗ ਹੈ ਜੈਤਸਰੀ, ਕੋਈ ਜਨ ਹਰਿ ਸਿਉ ਦੇਵੈ ਜੋਰ। ਕਹਿੰਦੇ ਕਿਤੇ ਕੋਈ ਹੈ ਰੱਬ ਦਾ ਪਿਆਰਾ, ਕਾਸ਼ ਕਿਤੇ ਮੈਨੂੰ ਆ ਕੇ ਸਮਝ ਦੇ ਦੇਵੇ, ਪਰਮਾਤਮਾ ਦੇ ਗਿਆਨ ਦੀ ਅਕਲ ਦੇ ਦੇਵੇ, ਤੇ ਮੈਂ ਜਿਹੜਾ ਟੁੱਟਿਆ ਹੋਇਆ ਹਾਂ ਪਰਮਾਤਮਾ ਦੇ ਨਾਲੋਂ, ਮੈਨੂੰ ਉਹਦੇ ਨਾਲ ਜੋੜ ਦੇਵੇ। ਹੈ ਕੋਈ ਇੱਦਾਂ ਦਾ? ਕੋਈ ਉਹਦਾ ਜਨ ਹੈ, ਆ ਕੇ ਮੈਨੂੰ ਮੇਰੇ ਨਾਲ ਰੱਬ ਦੇ ਸੰਬੰਧ ਵਿੱਚ ਗੱਲਾਂ ਕਰੇ? ਹੈ ਕੋਈ ਇਹੋ ਜਿਹਾ? ਬਹੁਤ ਲੋਕਾਂ ਦੀ ਗਿਣਤੀ ਆਪਾਂ ਵੇਖਦੇ ਹਾਂ, ਉਹ ਆਪਣੇ ਬਾਰੇ ਗੱਲਾਂ ਕਰਦੇ ਆ। ਕਿਹਾ ਜਾਂਦਾ ਹੈ ਕਿ ਛੋਟੇ ਲੋਕ ਜਿਹੜੇ ਹੁੰਦੇ ਨੇ, ਛੋਟੇ ਲੋਕ, ਇਹਨਾਂ ਦੀ ਭਾਵ ਸੋਚ ਛੋਟੀ ਹੁੰਦੀ ਆ, ਉਹ ਦੂਜਿਆਂ ਬਾਰੇ ਗੱਲਾਂ ਕਰਦੇ ਨੇ। ਜਿਹੜੇ ਸਧਾਰਨ ਲੋਕ ਹੁੰਦੇ ਆ, ਨੋਰਮਲ ਜਿਹੇ ਲੋਕ ਹੁੰਦੇ ਆ, ਉਹ ਆਪਣੇ ਬਾਰੇ ਹੀ ਗੱਲਾਂ ਕਰਦੇ ਆ। ਜਿਹੜੇ ਰੱਬ ਦੇ ਪਿਆਰੇ ਹੁੰਦੇ ਆ, ਉਹਨਾਂ ਲਈ ਇਹ ਬੜਾ ਜ਼ਰੂਰੀ ਹੋ ਜਾਂਦਾ ਸਾਰੇ ਦਿਨ ਵਿੱਚ ਰੱਬ ਦੀਆਂ ਗੱਲਾਂ ਕਰਨੀਆਂ, ਪੜ੍ਹਨੀਆਂ ਜਾਂ ਸੁਣਨੀਆਂ। ਉਹਨਾਂ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ। ਇਹ ਗੱਲ ਨੂੰ ਤੁਸੀਂ ਇਵੇਂ ਸਮਝ ਲਓ, ਇਹ ਕਸਵੱਟੀ ਇਵੇਂ ਹੀ ਆ, ਜਿਹੜਾ ਬੰਦਾ ਆ ਕੇ ਤੁਹਾਡੇ ਕੋਲ ਹਰ ਰੋਜ਼ ਹੀ ਦੂਜਿਆਂ ਦੇ ਸੰਬੰਧ ਵਿੱਚ ਦੱਸਦਾ ਹੈ, ਗੱਲਾਂ ਕਰਦਾ ਹੈ, ਉਹਦੀ ਸੋਚ ਛੋਟੀ ਆ। ਜਿਹੜਾ ਬੰਦਾ ਸਿਰਫ ਤੇ ਸਿਰਫ ਆਪਣੇ ਬਾਰੇ ਹੀ ਗੱਲਾਂ ਕਰਦਾ ਹੈ, ਉਹ ਇੱਕ ਆਮ ਮਨੁੱਖ ਆ, ਕੋਈ ਉਹਦੇ ਵਿੱਚ ਖਾਸ ਗੱਲ ਨਹੀਂ ਹੈਗੀ, ਸਧਾਰਨ ਬੰਦਾ ਹੀ ਆ ਉਹ। ਪਰ ਜਿਹੜਾ ਰੱਬ ਦਾ ਪਿਆਰਾ ਆ ਕੇ ਗੁਰੂ ਦੇ ਸੰਬੰਧ ਵਿੱਚ ਉਹਦੀਆਂ ਸਾਖੀਆਂ ਜਾਂ ਫਿਰ ਹੋਰ ਰੱਬ ਦੀਆਂ ਗੱਲਾਂ, ਚੰਗੇ ਵਿਚਾਰਾਂ ਦੀਆਂ ਗੱਲਾਂ ਕਰਦਾ ਹੈ, ਤਾਂ ਉਹਨੂੰ ਹੀ ਉਹਦਾ ਜਨ ਕਹਿੰਦੇ ਨੇ। ਹੁਣ ਇਹਦਾ ਫੈਸਲਾ ਤੁਸੀਂ ਕਰੋ ਕਿ ਤੁਸੀਂ ਸਾਰਾ ਦਿਨ ਕੀ ਕਰਦੇ ਹੋ, ਜਾਂ ਤੁਹਾਡੇ ਆਸੇ-ਪਾਸੇ ਜਿਹੜੇ ਲੋਕ ਰਹਿੰਦੇ ਆ, ਉਹ ਕਿਹਨਾਂ ਦੇ ਬਾਰੇ ਗੱਲਾਂ ਕਰਦੇ ਨੇ। ਦੂਜਿਆਂ ਦੇ ਬਾਰੇ ਗੱਲਾਂ ਕਰਕੇ ਮੈਨੂੰ ਲੱਗਦਾ ਅਸੀਂ ਬਹੁਤ ਛੋਟੇ ਹੋ ਜਾਂਦੇ ਹਾਂ। ਕਦੇ ਕਦੇ ਠੀਕ ਹੈ ਕੋਈ ਆਪਾਂ ਗੱਲ ਕਰ ਲਈ, ਪਰ ਜੇ ਆਪਾਂ ਰੋਜ਼ ਹੀ ਕਰਾਂਗੇ ਤਾਂ ਆਪਾਂ ਉਹਨੂੰ ਭਾਵ ਸਿਮਰਨ ਲੱਗੇ, ਫਿਰ ਉਹ ਬੰਦੇ ਨੂੰ ਆਪਣੇ ਲਈ ਉਹ ਬੰਦਾ ਰੱਬ ਤੋਂ ਵੀ ਵੱਡਾ ਹੋ ਗਿਆ। ਆਪਾਂ ਰੋਜ਼ ਹੀ ਉਹਨੂੰ ਵਾਰ-ਵਾਰ ਗੱਲਾਂ 'ਚ ਲਿਆ ਰਹੇ ਆਪਣੀਆਂ 'ਚ। ਉਹ ਬੰਦਾ ਹੁਣ ਰੱਬ ਨਾਲੋਂ ਵੀ ਵੱਡਾ ਤੁਹਾਡੇ ਲਈ, ਜਿਹਨੂੰ ਤੁਸੀਂ ਰੋਜ਼ ਹੀ ਚੇਤੇ ਕਰੀ ਜਾਂਦੇ ਹੋ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਹੈ ਕੋਈ ਰੱਬ ਦਾ ਪਿਆਰਾ, ਕਾਸ਼ ਕਿਤੇ ਆਵੇ, ਮੈਨੂੰ ਟੁੱਟੇ ਹੋਏ ਨੂੰ ਰੱਬ ਦੇ ਨਾਲ ਜੋੜ ਦਵੇ। ਮੈਨੂੰ ਟੁਕੜੇ ਟੁਕੜੇ ਹੋਏ ਨੂੰ ਜੋੜ ਦਵੇ। ਹੈ ਕੋਈ ਰੱਬ ਦਾ ਪਿਆਰਾ? ਜੇ ਉਹ ਹੈ ਕੋਈ ਆ ਜਾਵੇ, ਮਿਲ ਜਾਵੇ, ਫਿਰ ਮੈਂ ਕੀ ਕਰਾਂਗਾ? ਕਿਸੇ ਨੇ ਕਹਿ ਦਿੱਤਾ, ਮਹਾਰਾਜ ਜੀ ਜੇ ਐਸਾ ਕੋਈ ਗੁਰਮੁਖ ਮਿਲ ਜਾਵੇ ਫਿਰ ਤੁਸੀਂ ਕੀ ਕਰੋਗੇ? ਉਹ ਕਹਿੰਦੇ ਨੇ ਚਰਨ ਗਹੂੰ। ਚਰਨ ਕਹਿੰਦੇ ਨੇ ਪੈਰਾਂ ਨੂੰ,
ਕਹਿੰਦੇ ਉਹਦੇ ਜਿਹੜੇ ਪੈਰ ਨੇ, ਗਹੋਂ ਦਾ ਅਰਥ ਆ ਫੜਨਾ, ਉਹਨਾਂ ਨੂੰ ਛੂਹਣਾ। ਜਿਵੇਂ ਕਿ ਆਪਾਂ ਵੱਡਿਆਂ ਦਾ ਸਤਿਕਾਰ ਕਰਦੇ ਹਾਂ ਨਾ, ਆਪਣੇ ਤੋਂ ਵੱਡੇ ਜਿਹੜੇ ਨੇ ਉਹਨਾਂ ਦੇ ਪੈਰੀ ਹੱਥ ਆਪਾਂ ਲਾਉਂਦੇ ਹਾਂ। ਜਿਹੜੇ ਚੰਗੇ ਸੰਸਕਾਰ ਵਾਲੇ ਬੱਚੇ ਨੇ ਉਹ ਇੱਦਾਂ ਕਰਦੇ ਆ। ਮਾਂ ਪਿਓ, ਦਾਦਾ ਦਾਦੀ, ਨਾਨਾ ਨਾਨੀ ਜਾਂ ਹੋਰ ਕੋਈ ਉਮਰ 'ਚ ਵੱਡਾ ਜਾਂ ਗੁਣ 'ਚ ਵੱਡਾ, ਉਹਦੇ ਪੈਰੀ ਹੱਥ ਲਾਉਂਦੇ। ਆਪਣੇ ਉਸਤਾਦ ਦੇ, ਆਪਣੇ ਅਧਿਆਪਕਾਂ ਦੇ ਵੀ, ਜਿਹੜੇ ਚੰਗੇ ਬੱਚੇ ਨੇ, ਸੰਸਕਾਰੀ ਬੱਚੇ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜੇਕਰ ਐਸਾ ਕੋਈ ਸੱਜਣ ਮੈਨੂੰ ਮਿਲ ਜਾਂਦਾ ਹੈ ਤਾਂ ਮੈਂ ਉਹਦੇ ਜਿਹੜੇ ਚਰਨ ਨੇ, ਗਹੋਂ ਦਾ ਅਰਥ ਆ ਘੁੱਟ ਕੇ ਫੜਨਾ। ਮੈਂ ਉਹਦੇ ਚਰਨਾਂ ਨੂੰ ਸਪਰਸ਼ ਕਰਾਂਗਾ, ਉਹਦੇ ਪੈਰੀ ਪਵਾਂਗਾ। ਬਕੂੰ ਸੁਭ ਰਸਨਾ, ਬਕੂੰ ਸੁਭ ਰਸਨਾ ਦੇ ਅਰਥ ਆ ਮੈਂ ਆਪਣੀ ਜੀਭ ਤੋਂ, ਰਸਨਾ ਕਹਿੰਦੇ ਆ ਜੀਭ ਨੂੰ, ਸ਼ੁਭ ਦਾ ਅਰਥ ਆ ਚੰਗੇ ਬੋਲ, ਬਕੂੰ ਦਾ ਅਰਥ ਹੈ ਬੋਲਣਾ। ਮੈਂ ਉਸ ਵਾਹਿਗੁਰੂ ਦੇ ਪਿਆਰੇ ਦਾ ਆਪਣੀ ਰਸਨਾ ਦੇ ਨਾਲ ਸ਼ੁਕਰਾਨਾ ਕਰਾਂਗਾ, ਜਿਹੜਾ ਮੈਨੂੰ ਆ ਕੇ ਗੁਰੂ ਦੇ ਨਾਲ ਜੋੜਨ ਦਾ ਯਤਨ ਕਰੇਗਾ। ਸਭ ਤੋਂ ਪਹਿਲਾਂ ਆਖ ਦਿੱਤਾ, ਉਹਦੇ ਚਰਨਾਂ 'ਤੇ ਢਹਿ ਪਵਾਂਗਾ, ਉਹਦੇ ਚਰਨ ਛੂਹਾਂਗਾ। ਉਸ ਤੋਂ ਬਾਅਦ ਆ ਗਿਆ ਬਕੂੰ ਸੁਭ ਰਸਨਾ। ਜਿਹੜੀ ਰਸਨਾ ਹੈ ਇਹ ਕਿੰਨਾ ਕੁਝ ਬੋਲਦੀ ਆ, ਪਰ ਉਹਦੇ ਨਾਲ ਮੈਂ ਚੰਗਾ ਹੀ ਕਹਾਂਗਾ। ਉਹਨੂੰ ਕਹਾਂਗਾ, ਤੇਰਾ ਸ਼ੁਕਰ ਹੈ ਤੂੰ ਮੈਨੂੰ ਆ ਕੇ ਕੋਈ ਰੱਬ ਦੀ ਗੱਲ ਦੱਸੀ ਆ, ਇੱਦਾਂ ਮੈਂ ਉਹਦਾ ਸ਼ੁਕਰਾਨਾ ਕਰਾਂਗਾ। ਅਤੇ ਅੱਗੇ ਹੈ ਦੀਜੇ ਪ੍ਰਾਣ ਅਕੋਰ। ਇਹ ਬੜਾ ਔਖਾ ਲੱਗਦਾ ਬੰਦੇ ਨੂੰ। ਹਰ ਬੰਦੇ ਨੂੰ ਆਪਣੀ ਜਾਨ ਬਹੁਤ ਪਿਆਰੀ ਹੁੰਦੀ ਆ। ਸਭ ਤੋਂ ਪਹਿਲਾਂ ਸਾਨੂੰ ਆਪਣੀ ਜਾਨ, ਜ਼ਿੰਦਗੀ ਚਾਹੀਦੀ ਆ, ਬਾਕੀ ਸੁਪਨੇ ਬਾਅਦ 'ਚ। ਜ਼ਿੰਦਗੀ ਹੈ ਤੇ ਸੁਪਨਾ ਹੈ, ਜ਼ਿੰਦਗੀ ਨਹੀਂ ਤੇ ਕਾਹਦੇ ਸੁਪਨੇ। ਕੱਪੜੇ ਵੀ ਉਹ ਖੁੱਟੀਆਂ 'ਤੇ ਟੰਗੇ ਰਹਿ ਜਾਂਦੇ ਆ, ਜਿਹੜੇ ਬੜੇ ਸ਼ੌਂਕ ਨਾਲ ਖਰੀਦੇ ਸੀ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਸੋਹਣੇ ਕੱਪੜੇ ਜਿਹੜੇ ਖਰੀਦੇ ਸੀ ਉਹ ਵੀ, ਤੇ ਆਹ ਜਿਹੜਾ ਚਿਹਰਾ ਲੈ ਕੇ ਆਏ ਸੀ, ਆਹ ਸਰੀਰ ਪਿੰਡਾ ਲੈ ਕੇ ਆਏ ਸੀ, ਇਹ ਵੀ ਇੱਥੇ ਹੀ ਛੱਡ ਜਾਣਾ ਹੈ। ਤਾਂ ਉਹ ਕੱਪੜੇ ਖੁੱਟੀਆਂ 'ਤੇ ਟੰਗੇ ਰਹਿ ਜਾਂਦੇ ਆ। ਜਦੋਂ ਜਾਨ ਜਾਂਦੀ ਆ ਨਾ, ਪ੍ਰਾਣ ਨਿਕਲਦੇ ਆ, ਸਭ ਕੁਝ ਛੱਡਣਾ ਪੈਂਦਾ। ਫਿਰ ਉਦੋਂ ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ, ਮੈਂ ਸਭ ਕੁਝ ਛੱਡਣ ਲਈ ਰਾਜ਼ੀ ਹਾਂ, ਜੇ ਆ ਕੇ ਕੋਈ ਰੱਬ ਦਾ ਪਿਆਰਾ ਮੈਨੂੰ ਗੱਲ ਸੁਣਾਵੇ ਉਹਦੇ ਲਈ। ਇੱਥੋਂ ਤੱਕ ਕਿ ਮੈਂ ਆਪਣੀ ਜਾਨ ਵੀ ਨਿਸ਼ਾਵਰ ਕਰ ਦਾਂਗਾ, ਆਪਣੇ ਪ੍ਰਾਣ ਵੀ ਦੇ ਦਿਆਂਗਾ, ਜੇ ਕੋਈ ਆ ਕੇ ਮੈਨੂੰ ਰੱਬ ਦੀ ਗੱਲ ਸੁਣਾਵੇ ਉਹਦੀ ਖਾਤਰ। ਕਿ ਉਹਨੂੰ ਲੋੜ ਪਊਗੀ ਨਾ, ਉਹਨੂੰ ਬੈਠਣ ਲਈ ਮੈਂ ਕੁਰਸੀ ਨਹੀਂ, ਉਹਨੂੰ ਬੈਠਣ ਲਈ ਮੈਂ ਮੂੜਾ ਬਣਾ ਕੇ ਦਊਂਗਾ ਆਪਣੇ ਸਿਰ ਦਾ। ਉਹਨੂੰ ਜੇ ਲੋੜ ਪਊਗੀ ਜੁੱਤੀ ਪਹਿਨਣ ਦੀ, ਜੋੜਾ ਪਹਿਨਣ ਦੀ, ਮੈਂ ਆਪਣੀ ਜਿਹੜੀ ਖੱਲੜੀ ਆ, ਆਪਣੀ ਜਿਹੜੀ ਚਮੜੀ ਆ, ਉਹਦੇ ਤੋਂ ਚਮਿਆਰ ਤੋਂ ਕਹਿ ਕੇ, ਜੋ ਇਹ ਸਭ ਕੁਝ ਬਣਾਉਂਦੇ ਨੇ, ਚੰਮ ਦੀਆਂ ਜੁੱਤੀਆਂ ਬਣਾਉਂਦੇ ਨੇ, ਮੋਚੀ ਨੇ, ਚੰਮ ਦਾ ਕੰਮ ਜਿਹੜੇ ਕਰਦੇ ਨੇ, ਉਹਨਾਂ ਤੋਂ ਕਹਿ ਕੇ ਆਪਣੀ ਖੱਲੜੀ ਜਿਹੜੀ ਆ ਉਹਦੇ ਜੋੜੇ ਬਣਾਵਾਂਗਾ ਤੇ ਉਹਨੂੰ ਤੋਹਫੇ ਦੇ ਵਜੋਂ ਦੇਵਾਂਗਾ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹਡੰਦੇ। ਤਾਂ ਉਹ ਜਿਹੜਾ ਚੰਮ ਦਾ ਕੰਮ ਕਰਨ ਵਾਲਾ ਹੈ, ਉਹਦੇ ਕੋਲ ਜਾ ਕੇ ਮੈਂ ਕਹਾਂਗਾ, ਤੂੰ ਮਿਹਨਤ ਲੈ ਲਾ, ਮੌਜੇ ਬਣਾ ਦੇ, ਪਸ਼ੂਆਂ ਦੇ ਚਮੜੇ ਦੇ ਨਹੀਂ। ਮੇਰੇ ਜਿਹੜੀ ਖੱਲੜੀ ਆ ਉਹਦੇ ਜੋੜੇ ਬਣਾ ਕੇ ਮੈਂ ਗੁਰਸਿੱਖ ਨੂੰ ਦੇਣੇ ਆ। ਇੰਨੀ ਅਹਿਮੀਅਤ ਦੇ ਦਿੱਤੀ ਆ, ਇਦੋਂ ਉੱਪਰ ਕੁਝ ਨਹੀਂ ਹੋ ਸਕਦਾ। ਦੀਜੇ ਪ੍ਰਾਣ ਅਕੋਰ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ
ਆਖਿਆ ਕਿ ਟੁੱਟੇ ਹੋਇਆਂ ਨੂੰ ਜੋੜਨ ਵਾਲਾ, ਰੱਬ ਦੇ ਨਾਲ ਸਾਨੂੰ ਜੋੜਨ ਵਾਲਾ ਇਨਸਾਨ ਛੋਟਾ ਨਹੀਂ ਹੋ ਸਕਦਾ, ਉੱਚਾ ਹੀ ਹੋਊਗਾ। ਰੱਬ ਦੇ ਨਾਲ ਸਾਨੂੰ ਜੋੜਨ ਵਾਲਾ ਕੋਈ ਰੱਬ ਦਾ ਪਿਆਰਾ ਹੀ ਹੋਊਗਾ। ਤਾਂ ਜੇਕਰ ਤੁਸੀਂ ਇਹ ਰਾਹ 'ਤੇ ਤੁਰਨਾ ਚਾਹੁੰਦੇ ਹੋ ਤਾਂ ਦੋ ਗੱਲਾਂ ਉਹਦੇ ਲਈ ਬੜੀਆਂ ਜ਼ਰੂਰੀ ਆ। ਇਹਨਾਂ ਨੂੰ ਤੁਸੀਂ ਪੱਲੇ ਬੰਨ੍ਹ ਕੇ ਲੈ ਕੇ ਜਾਇਓ ਮਹਾਰਾਜ ਕੋਲੋਂ। ਭਾਈ ਨੰਦ ਲਾਲ ਜੀ ਦੀ ਇੱਕ ਕਿਤਾਬ ਹੈ, ਨਾਮ ਹੈ ਉਹਦਾ ਕਲਮ ਏ ਗੋਇਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਇੱਕ ਪੁਸਤਕ ਆ, ਉਹਦਾ ਨਾਮ ਹੈ ਕਲਮ ਏ ਗੋਇਆ। ਉਹਦੇ ਵਿੱਚ ਇੱਕ ਗੱਲ ਲਿਖੀ ਬੜੀ ਪਿਆਰੀ, ਦਿਲ ਨੂੰ ਛੂਹਣ ਵਾਲੀ ਹੈ। ਭਾਈ ਨੰਦ ਲਾਲ ਜੀ ਲਿਖਦੇ ਨੇ ਆਪਣੀਆਂ ਗਜ਼ਲਾਂ ਦੇ ਵਿੱਚ, ਕਹਿੰਦੇ ਨੇ ਉਹ ਬੰਦਾ ਜਿਹੜਾ ਰੱਬ ਦੇ ਰਾਹ 'ਤੇ ਤੁਰਨਾ ਚਾਹੁੰਦਾ ਹੈ, ਉਹਦੀ ਇੱਛਾ ਵਾ ਇਹ ਕਿਸੇ ਕਿਸੇ ਦੀ ਹੁੰਦੀ ਆ, ਪਹਿਲਾਂ ਤਾਂ ਇੱਛਾ ਹੀ ਨਹੀਂ ਬਣਦੀ ਛੇਤੀ। ਜਿਹੜਾ ਗੁਰੂ ਦੇ ਦੱਸੇ ਰਾਹ 'ਤੇ ਤੁਰਨਾ ਚਾਹੁੰਦਾ ਹੈ, ਜਿਹਦਾ ਇਹ ਵੀ ਸੁਪਨਾ ਵਾ, ਉਹਦੇ ਲਈ ਦੋ ਗੱਲਾਂ ਬੜੀਆਂ ਜ਼ਰੂਰੀ ਨੇ। ਪੁੱਛਣ ਵਾਲੇ ਨੇ ਪੁੱਛਿਆ ਨੰਦ ਲਾਲ ਜੀ ਉਹ ਕੀ ਆ? ਕਹਿੰਦੇ ਦਿਲ ਵਿੱਚ ਉਹਦੀ ਯਾਦ ਤੇ ਬੁੱਲ੍ਹਾਂ ਤੇ ਉਹਦਾ ਸਿਮਰਨ। ਪੁੱਛਣ ਵਾਲਾ ਪੁੱਛਦਾ ਹੈ ਨੰਦ ਲਾਲ ਜੀ ਉਹ ਦੋ ਗੱਲਾਂ ਕੀ ਨੇ ਜਿਹੜੀਆਂ ਬੜੀਆਂ ਜ਼ਰੂਰੀ ਆ ਰੱਬ ਦੇ ਰਾਹ 'ਤੇ ਟੁਰਨ ਵਾਲਿਆਂ ਦੇ ਲਈ? ਦਿਲ ਵਿੱਚ ਉਹਦੀ ਯਾਦ, ਦੂਜੀ ਗੱਲ ਬੁੱਲ੍ਹਾਂ 'ਤੇ ਉਹਦਾ ਸਿਮਰਨ। ਇਹ ਬੜਾ ਜ਼ਰੂਰੀ ਹੈ। ਜੇ ਤੁਹਾਡੇ ਕੋਲ ਇਹਨਾਂ 'ਚੋਂ ਕੋਈ ਵੀ ਨਹੀਂ ਹੈਗੀ ਗੱਲ, ਤਾਂ ਸਮਝ ਲਓ ਤੁਸੀਂ ਧਾਰਮਿਕ ਬਿਰਤੀ ਦੇ ਲੋਕ ਨਹੀਂ। ਬੁੱਲ੍ਹਾਂ 'ਤੇ ਉਹਦਾ ਸਿਮਰਨ, ਦਿਲ 'ਚ ਉਹਦੀ ਯਾਦ, ਦਿਲ 'ਚ ਉਹਦੀ ਯਾਦ, ਰਸਨਾ 'ਤੇ ਉਹਦਾ ਸਿਮਰਨ। ਦੋ ਗੱਲਾਂ ਬੜੀਆਂ ਜ਼ਰੂਰੀ ਆ ਉਹਦੇ ਨਾਲ ਰਿਸ਼ਤਾ ਬਣਾਉਣ ਲਈ ਮਾਲਕ ਦੇ ਨਾਲ। ਕੋਈ ਜਨ ਹਰਸਿਓ ਦੇਵੈ ਜੋਰ, ਹੈ ਕੋਈ ਰੱਬ ਦਾ ਪਿਆਰਾ ਜਿਹੜਾ ਆ ਕੇ ਮੈਨੂੰ ਇਹ ਚੀਜ਼ਾਂ ਦੇ ਨਾਲ ਜੋੜ ਦੇਵੇ। ਤਾਂ ਜੋੜਨ ਦੀ ਲੋੜ ਉਹਨੂੰ ਪੈਂਦੀ ਆ ਜੋ ਟੁੱਟਿਆ ਹੋਵੇ। ਜਿਹੜਾ ਜੁੜਿਆ ਹੈ ਉਹਨੂੰ ਜੋੜਨ ਦੀ ਲੋੜ ਥੋੜ੍ਹੀ ਆ। ਸਾਨੂੰ ਜੁੜਨ ਦੀ ਲੋੜ ਹੈ ਅੱਜ ਗੁਰੂ ਦੇ ਨਾਲ। ਉਹਦਾ ਕੁਐਸਚਨ ਮਾਰਕ ਇਹ ਆ ਕਿ ਅਸੀਂ ਗੁਰੂ ਨਾਲੋਂ ਟੁੱਟੇ ਹੋਏ ਹਾਂ, ਬਹੁਤ ਜ਼ਿਆਦਾ ਟੁੱਟੇ ਹਾਂ। ਅਸੀਂ ਹੋਰ ਹੀ ਗੱਲਾਂ ਵਿੱਚ ਕੁਝ ਫਸ ਗਏ ਰਹਿ ਗਏ ਹਾਂ। ਜੋ ਆਇਆ ਸੀ ਬੰਦਾ ਕਰਨ, ਉਹ ਪਿੱਛੇ ਪਤਾ ਹੀ ਨਹੀਂ ਕਿੰਨਾ ਕੁ ਪਿੱਛੇ ਰਹਿ ਗਿਆ। ਉਹ ਛੱਡ ਹੀ ਦਿੱਤਾ ਬੰਦੇ ਨੇ, ਭੁੱਲ ਗਿਆ, ਹੋਰ ਹੀ ਕੰਮਾਂ ਵਿੱਚ ਬੰਦਾ ਪੈ ਚੁੱਕਾ ਹੈ। ਇੱਕ ਸਾਖੀ ਆਉਂਦੀ ਗੁਰੂ ਨਾਨਕ ਜੀ ਦੀ, ਇਹ ਲੜੀਵਾਰ ਆਪਾਂ ਸ਼ੁਰੂ ਕੀਤੀਆਂ ਨੇ। ਜੇ ਤੁਸੀਂ ਧਿਆਨ ਦਿੱਤਾ ਹੋਵੇ ਇਹਨਾਂ ਗੱਲਾਂ ਵੱਲ, ਬਾਬੇ ਨਾਨਕ ਦੇ ਖਿਡੌਣਿਆਂ ਨਾਲ ਖੇਡਣ ਤੋਂ ਲੈ ਕੇ ਆਪਾਂ ਰੋਜ਼ ਇੱਕ ਸਾਖੀ ਦੀ ਸਾਂਝ ਪਾਉਂਦੇ ਹਾਂ। ਲੜੀਵਾਰ, ਕੋਈ ਚੀਜ਼ ਲੜੀਵਾਰ ਚੱਲਦੀ ਆ ਉਹ ਫਿਰ ਜ਼ਿਆਦਾ ਉਹਦੀ ਅਹਿਮੀਅਤ ਵੱਧ ਜਾਂਦੀ ਆ। ਗੁਰੂ ਨਾਨਕ ਸਾਹਿਬ ਜੀ ਦੀ ਉਮਰ ਫਿਰ ਜਦੋਂ ਪਾਂਧੇ ਕੋਲ ਗਏ ਪੜ੍ਹਨ, ਮੌਲਵੀ ਕੋਲੇ ਫਾਰਸੀ ਸਿੱਖੀ। ਕਹਿਣ ਦਾ ਭਾਵ ਮੌਲਵੀ ਨੂੰ ਰੱਬ ਦੀਆਂ ਗੱਲਾਂ ਸਿਖਾਈਆਂ। ਮੌਲਵੀ ਨੂੰ ਪੜ੍ਹਾ ਕੇ, ਪਾਂਧੇ ਨੂੰ ਪੜ੍ਹਾ ਕੇ 11 ਸਾਲ ਦੀ ਉਮਰ ਹੋ ਗਈ ਪਿਆਰੇ ਦੀ। ਗੁਰੂ ਨਾਨਕ ਜੀ ਦੀ ਉਮਰ ਜਦੋਂ 11 ਸਾਲ ਦੀ ਹੋ ਗਈ, ਉਸ ਤੋਂ ਬਾਅਦ ਪਿਤਾ ਜੀ ਕਹਿਣ ਲੱਗੇ ਅਸੀਂ ਖੱਤਰੀ ਹਾਂ, ਬੇਦੀ ਕੁਲ ਵਿੱਚ ਅਸੀਂ ਪ੍ਰਗਟ ਹੋਏ ਹਾਂ, ਆਏ ਹਾਂ, ਕਿਉਂ ਨਾ ਮੈਂ ਆਪਣੇ ਪੁੱਤਰ ਨੂੰ ਜਨੇਊ ਪਵਾ ਦਾਂ। ਹਿੰਦੂ ਵੀਰ ਜਿਹੜੇ ਨੇ ਜਦੋਂ ਕਿਸੇ ਨੂੰ ਇਹ ਜਨੇਊ ਪਹਿਨਾਉਂਦੇ ਨੇ ਨਾ, ਉਦੋਂ ਇਕੱਠ ਕਰਦੇ ਨੇ, ਸੱਦਾ ਪੱਤਰ ਦਿੰਦੇ ਨੇ, ਸਾਕ ਸੰਬੰਧੀ ਰਿਸ਼ਤੇਦਾਰ ਮਿੱਤਰ ਸੱਜਣ ਸਾਰੇ ਆਉਂਦੇ ਆ, ਭੋਜਨ ਬਣਾਇਆ ਜਾਂਦਾ ਹੈ। ਇੱਥੋਂ ਤੱਕ ਕਿ ਕਈ ਵਾਰ ਤਾਂ ਕੋਹ ਬੱਕਰਾ ਰਿੰਨ ਖਾਇਆ ਸਭ ਕੋ ਆਖੈ ਪਾਏ, ਮੀਟ ਵੀ ਬਣਾ ਲੈਂਦੇ ਆ। ਗੁਰੂ ਨਾਨਕ ਸਾਹਿਬ ਜੀ ਆਸਾ ਦੀ ਵਾਰ ਵਿੱਚ ਕਹਿੰਦੇ ਆ ਕਿ ਕੁਝ ਜਿਹੜੇ ਨੇ, ਸਾਰੇ ਨਹੀਂ,
ਕੁਝ ਲੋਕ ਚਾਈ ਇਹਨਾਂ ਨੂੰ ਇੰਨਾ ਹੁੰਦਾ, ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਈ, ਮੀਟ ਵੀ ਬਣਾ ਲੈਂਦੇ ਆ। ਤਾਂ ਇਹ ਰਸਮ ਗੁਰੂ ਨਾਨਕ ਜੀ ਨਾਲ ਵੀ ਹੋਈ। ਉਦੋਂ ਉਹਨਾਂ ਜ਼ਮਾਨਿਆਂ ਦੇ ਵਿੱਚ 11 ਸਾਲਾਂ ਦੀ ਬਾਬੇ ਦੀ ਉਮਰ ਹੋ ਚੁੱਕੀ ਹੈ ਤੇ ਪਿਤਾ ਕਲਿਆਣ ਚੰਦ ਜੀ ਪੰਡਿਤ ਹਰਦਿਆਲ ਦੇ ਕੋਲ ਜਾਂਦੇ ਨੇ। ਕਹਿੰਦੇ ਨੇ ਆਪਾਂ ਨਾਨਕ ਨੂੰ ਵੀ ਇਹ ਜਨੇਊ ਪਵਾਉਣਾ ਹੈ, ਦੱਸੋ ਕਿਹੜੇ ਦਿਨ ਪਵਾਈਏ। ਪਹਿਲਾਂ ਦਿਨ ਮਿਥਿਆ ਗਿਆ, ਜਿੱਦਾਂ ਆਪਾਂ ਦਿਨ ਬੰਨ੍ਹਦੇ ਹਾਂ ਵੀ ਆਹ ਦਿਨ ਉਹ ਪ੍ਰੋਗਰਾਮ ਸਮਾਗਮ ਆਪਾਂ ਉਲੀਕਣਾ ਉਸ ਦਿਨ ਕਰਾਂਗੇ। ਉਹ ਦਿਨ ਤਰੀਕ ਬੰਨ੍ਹ ਲਈ ਆ ਤੇ ਸਾਰੇ ਸੰਬੰਧੀ ਆ ਗਏ ਆ, ਸਾਰੇ ਸੰਬੰਧੀ ਆ ਕੇ ਇਕੱਠੇ ਬਹਿ ਗਏ ਨੇ ਤੇ ਉਹ ਪੰਡਿਤ ਹਰਦਿਆਲ ਜੀ ਜਿਹੜੇ ਸੀ ਉਹ ਵੀ ਆ ਗਏ ਨੇ। ਤੇ ਉਹਨਾਂ ਕੀ ਕੀਤਾ, ਹੱਥ ਦੇ ਵਿੱਚ ਆਟਾ ਲਿਆ, ਉਂਗਲਾਂ ਦੇ ਵਿੱਚ, ਤੇ ਸਭ ਤੋਂ ਪਹਿਲਾਂ ਓਮ ਲਿਖਿਆ ਹੈ। ਇੱਕ ਚੌਂਕਾ ਬਣਾਉਂਦੇ ਨੇ। ਭਾਈ ਵੀਰ ਸਿੰਘ ਜੀ ਲਿਖਦੇ ਆਪਣੀ ਕਿਤਾਬ ਦੇ ਵਿੱਚ, ਕਹਿੰਦੇ ਹਰਦਿਆਲ ਪੰਡਿਤ ਨੇ ਕੀ ਕੀਤਾ, ਉਂਗਲੀਆਂ ਦੇ ਵਿੱਚ ਆਟਾ ਲੈ ਲਿਆ ਤੇ ਸਭ ਤੋਂ ਪਹਿਲਾਂ ਉਹ ਅਸਮਾਨ ਵਿੱਚ ਜਿਹੜੇ ਤਾਰੇ ਨੇ ਉਹ 9 ਤਾਰੇ ਥੱਲੇ ਬਣਾਏ ਆ, ਉਹ ਜ਼ਮੀਨ ਤੇ ਆਟੇ ਦੇ ਨਾਲ ਇੱਕ ਚੌਂਕਾ ਬਣਾਉਂਦੇ ਹੁੰਦੇ ਆ, ਇਹਨੂੰ ਚੌਂਕਾ ਕਹਿੰਦੇ, ਆਟੇ ਨਾਲ ਕੁਝ ਬਗਲਣਾ। ਫਿਰ ਇੱਕ ਗਣੇਸ਼ ਦਾ ਨਿਸ਼ਾਨ ਹੁੰਦਾ ਤੇ ਉਹ ਉੱਥੇ ਬਣਾਇਆ ਵੀ ਇਹ ਸ਼ੁਰੂਆਤ ਹੋਣ ਲੱਗੀ ਆ। ਤਾਂ ਹੋਰ ਵੀ ਕੁਝ ਇੱਦਾਂ ਕੀਤਾ ਤੇ ਫਿਰ 7 ਧਾਗਿਆਂ ਦੇ ਨਾਲ ਤਿਆਰ ਕੀਤਾ ਹੋਇਆ ਇੱਕ ਜਨੇਊ ਵੀ ਲਿਆਂਦਾ ਗਿਆ। ਸਾਰੇ ਸਜੇ ਹੋਏ ਨੇ, ਮਾਹੌਲ ਜਿਹੜਾ ਰਾਏ ਭੋਏ ਦੀ ਤਲਵੰਡੀ ਦਾ ਉਹ ਇੱਦਾਂ ਦਾ, ਸਾਰੇ ਸੰਬੰਧੀ ਆਏ ਹੋਏ ਨੇ, ਬੈਠੇ ਨੇ, ਸਜੇ ਹੋਏ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਲਿਆ ਕੇ 11 ਸਾਲ ਦੀ ਉਮਰ ਆ, ਉਹ ਪੰਡਿਤ ਦੇ ਸਾਹਮਣੇ ਬਿਠਾ ਦਿੱਤਾ ਹੈ। ਉਹ ਪੰਡਿਤ ਦੇ ਸਾਹਮਣੇ, ਹਰਦਿਆਲ ਪੰਡਿਤ ਉਹਦਾ ਨਾਮ ਆਉਂਦਾ, ਤੇ ਉਹ ਮੂੰਹ ਦੇ ਵਿੱਚੋਂ ਕੁਝ ਬੋਲ ਰਿਹਾ, ਜਿਹਨੂੰ ਹਿੰਦੂ ਵੀਰ ਮੰਤਰ ਕਹਿੰਦੇ ਆ। ਉਹ ਪੰਡਿਤ ਮੰਤਰਾਂ ਦਾ ਉਚਾਰਨ ਕਰਦਾ ਹੈ। ਪਹਿਲਾਂ ਉਹਨੇ ਵੈਸੇ ਮੰਤਰ ਪੜ੍ਹੇ ਨੇ, ਫਿਰ ਉਹ ਜਨੇਊ ਨੂੰ ਹੱਥ ਵਿੱਚ ਚੁੱਕ ਲਿਆ, ਹੱਥ ਵਿੱਚ ਚੁੱਕ ਕੇ ਮੰਤਰ ਪੜ੍ਹਿਆ ਕਿ ਇਹ ਜਨੇਊ ਤੇ ਪਹੁੰਚ ਜਾਵੇ। ਗੁਰੂ ਨਾਨਕ ਸਾਹਿਬ ਜੀ ਸਾਹਮਣੇ ਵੇਖੀ ਜਾਂਦੇ ਨੇ, ਮੁਸਕਰਾਈ ਜਾਂਦੇ। ਭਾਈ ਵੀਰ ਸਿੰਘ ਜੀ ਕਹਿੰਦੇ ਹੱਸੀ ਜਾਂਦੇ ਆ, ਦੇਖੀ ਜਾਂਦੇ ਕੀ ਕਰ ਰਿਹਾ। 7 ਤਾਰਾਂ ਦਾ, ਉਹ ਧਾਗਿਆਂ ਦਾ ਤਿਆਰ ਕੀਤਾ ਹੋਇਆ ਜਨੇਊ ਗੁਰੂ ਨਾਨਕ ਜੀ ਦੇ ਅੱਗੇ ਕਰਕੇ ਕਹਿੰਦੇ ਆ, ਲਓ ਬੇਟਾ ਇਹਨੂੰ ਪਹਿਨ ਦਿਓ। 11 ਸਾਲ ਦੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਇਹ ਕੀ ਹੈ? ਕਹਿੰਦੇ ਜੀ ਇਹਨੂੰ ਜਨੇਊ ਕਹਿੰਦੇ ਨੇ। ਜਿਹੜੇ ਉੱਚੀ ਕੁਲ ਦੇ ਬ੍ਰਾਹਮਣ ਹੁੰਦੇ ਨੇ, ਖੱਤਰੀ ਹੁੰਦੇ ਨੇ, ਉਹ ਇਹਨੂੰ ਪਾਉਂਦੇ ਨੇ, ਪਹਿਨਦੇ ਨੇ। ਇਹਦੇ ਪਹਿਨਣ ਦੇ ਨਾਲ ਬੰਦਾ ਉੱਚਾ ਸੁੱਚਾ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਪੰਡਿਤ ਜੀ ਮੰਨ ਲਓ ਰੱਬ ਨਾ ਕਰੇ ਜੇ ਇਹ ਮੈਲਾ ਹੋ ਜਾਵੇ, ਪਹਿਨਾਂਗੇ ਤੇ ਮੈਲਾ ਹੋਵੇਗਾ ਨਾ, ਜਾਂ ਟੁੱਟ ਜਾਵੇ। ਕੋਈ ਵੀ ਚੀਜ਼ ਆਪਾਂ ਪਾਉਂਦੇ ਆ, ਕੱਪੜੇ ਪਾਉਂਦੇ ਆ, ਉਹ ਮੈਲੇ ਹੋ ਜਾਂਦੇ ਆ, 24 ਘੰਟਿਆਂ ਬਾਅਦ ਤਾਂ ਹੋ ਹੀ ਜਾਂਦੇ ਆ। ਜੇ ਜ਼ਿਆਦਾ ਪਸੀਨਾ ਹੋਵੇ ਗਰਮੀਆਂ 'ਚ, ਕੁਝ ਘੰਟਿਆਂ 'ਚ ਹੀ ਹੋ ਜਾਂਦੇ ਪਲੀਤ। ਕਹਿੰਦੇ ਜੇ ਇਹ ਮੈਲਾ ਹੋ ਗਿਆ, ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ, ਕਹਿੰਦੇ ਫਿਰ ਧੋ ਲਿਓ। ਕਹਿੰਦੇ ਠੀਕ ਆ। ਕਹਿੰਦੇ ਜੇ ਟੁੱਟ ਗਿਆ, ਕਹਿੰਦੇ ਫਿਰ ਬਾਜ਼ਾਰ 'ਚੋਂ ਨਾ ਨਵਾਂ ਲੈ ਆਇਓ, ਸੂਤ ਨਵਾਂ ਲੈ ਆਇਓ, ਸੂਤ ਨੂੰ ਗੰਢਾ ਮਾਰ ਕੇ ਫਿਰ ਪਾ ਲਿਓ, ਕੋਈ ਵੱਡੀ ਗੱਲ ਨਹੀਂ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਨਹੀਂ ਫੇਰ ਨਹੀਂ ਇਹ ਪਾਉਣਾ। ਜਿਹੜੀ ਚੀਜ਼ ਖੁਦ ਮੈਲੀ ਹੋ ਜਾਂਦੀ ਆ, ਜਿਹੜੀ ਚੀਜ਼ ਟੁੱਟ ਜਾਂਦੀ ਆ, ਉਹਨੂੰ ਮੁੜ ਪਾਉਣਾ ਪੈਂਦਾ ਨਹੀਂ। ਉਹਦਾ ਫਿਰ ਇਹੋ ਜਿਹਾ ਜਨੇਊ ਨਹੀਂ ਅਸੀਂ ਪਾ ਸਕਦੇ। ਭਰੀ ਸਭਾ ਦੇ ਵਿੱਚ ਕਹਿ ਦਿੱਤਾ। ਕਹਿਣ ਲੱਗੇ, ਪੁੱਛਿਆ ਦੱਸੋ, ਕਾਰਨ ਦੱਸੋ ਵੀ ਕਿਉਂ ਨਹੀਂ ਪਾ ਸਕਦੇ। ਕਹਿੰਦੇ ਅਸੀਂ ਵੀ ਜਨੇਊ ਪਾਵਾਂਗੇ, ਪਰ ਇਹ ਨਹੀਂ ਜਿਹੜਾ ਟੁੱਟ ਜਾਂਦਾ, ਜਿਹੜਾ ਮੈਲਾ ਹੋ ਜਾਂਦਾ, ਇਹ ਨਹੀਂ। ਤੇ ਪੰਡਿਤ ਫਿਰ ਪੁੱਛਦਾ ਵੀ ਕਿਹੜਾ ਜਨੇਊ ਤੁਸੀਂ ਪਾਉਣਾ, ਉਹ ਦੱਸੋ, ਉਹ ਪਹਿਨਾ ਦਿੰਦੇ ਆ।
ਨਾਲੇ ਇੰਨੇ ਰਿਸ਼ਤੇਦਾਰ ਆਏ ਹੋਏ ਸੀ, ਸਭ ਕੁਝ ਬੜਾ ਘੱਟ ਸੀ ਉੱਥੇ ਉਦੋਂ ਜਦੋਂ ਇਹ ਸਭ ਕੁਝ ਹੋਇਆ। ਗੁਰੂ ਨਾਨਕ ਸਾਹਿਬ ਜੀ ਆਸਾ ਦੀ ਵਾਰ ਵਿੱਚ ਫਿਰ ਇਹ ਦਰਜ ਆ। ਇਹ ਜਿਹੜੀ ਵਾਰਤਾਲਾਪ ਹੋਈ ਆ ਉਹਨਾਂ ਵਿਚਕਾਰ ਪੰਡਿਤ ਹਰਦਿਆਲ ਤੇ ਗੁਰੂ ਨਾਨਕ ਜੀ ਦੀ ਉਮਰ ਉਦੋਂ 11 ਸਾਲਾਂ ਦੀ ਆ। ਕਹਿਣ ਲੱਗੇ ਦਇਆ ਕਪਾਹ, ਜਿਹੜੀ ਕਪਾਹ ਹੋਵੇ ਦਇਆ ਦੀ ਹੋਵੇ, ਬੰਦਿਆ ਤੇਰੇ ਅੰਦਰ ਦਇਆ ਹੋਵੇ। ਸੰਤੋਖ ਸੂਤ, ਸੂਤ ਜਿਹੜਾ ਹੈ ਉਹ ਰੇਸ਼ਮ ਦਾ ਨਹੀਂ, ਹੋਰ ਧਾਗੇ ਨਾਲ ਬਣਿਆ ਹੋਇਆ ਸੂਤ ਦਾ ਹੀ ਨਹੀਂ, ਜਿਹੜਾ ਧਾਗਾ ਹੈ ਉਹ ਸੰਤੋਖ ਦਾ ਹੋਵੇ ਸੂਤ। ਦਇਆ ਦੀ ਕਪਾਹ ਹੋਵੇ, ਸੰਤੋਖ ਵਾਲਾ ਸੂਤ ਹੋਵੇ। ਜਤ ਗੰਢੀ, ਗੰਢੀ ਸ਼ਬਦ ਦਾ ਬਹੁ ਵਚਨ, ਗੰਢ ਦਾ ਸ਼ਬਦ ਆ ਇਹ। ਇੱਕ ਗੰਢ ਬਹੁਤ ਗੰਢਾਂ, ਉਹਨੂੰ ਗੰਢੀ ਆਖਿਆ ਜਾਂਦਾ ਹੈ। ਜਤ ਗੰਢੀ ਸਤ ਵੱਟ, ਜਤ ਦੀਆਂ ਉਹਨੂੰ ਗੰਢਾਂ ਮਾਰੋ, ਭਾਵ ਕਿ ਇੱਕ ਨਹੀਂ ਦੋ ਨਹੀਂ, ਰੋਜ਼ ਉੱਠੋ ਤੇ ਜਤ ਦੀ ਗੰਢ ਮਾਰੋ। ਭਾਵ ਮੈਂ ਜਤੀ ਰਹਿਣਾ, ਮੈਂ ਉੱਚੇ ਆਚਰਣ ਵਾਲਾ ਬਣਨਾ ਹੈ। ਜਤ ਗੰਢੀ ਸਤ ਵੱਟ, ਸੱਤ ਦੇ ਉਹਨੂੰ ਵੱਟ ਮਾਰੋ ਵੀ ਮੈਂ ਸੱਚ ਨੂੰ ਲੈ ਕੇ ਜ਼ਿੰਦਗੀ ਜਿਉਣੀ ਆ। ਤੇ ਮਹਾਰਾਜ ਕਹਿਣ ਲੱਗੇ ਇਹੋ ਜਿਹਾ ਕੋਈ ਜਨੇਊ ਹੈ ਤੇ ਲਿਆਓ, ਮੈਂ ਪਾ ਲੈਣਾ ਹਾਂ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ। ਪਾਂਡੇ ਕਹਿੰਦੇ ਨੇ ਪੰਡਿਤ ਨੂੰ, ਪੁਰੋਹਿਤ ਨੂੰ, ਕਹਿੰਦੇ ਪੰਡਿਤ ਜੀ ਹੈ ਕੋਈ ਇਹੋ ਜਿਹਾ ਜਨੇਊ, ਹੈ ਕੋਈ ਤਾਂ ਲਿਆਓ, ਮੈਂ ਪਾ ਲੈਣਾ। ਉਹ ਕਹਿੰਦੇ ਨਹੀਂ ਇਹ ਨਹੀਂ ਹੈਗਾ। ਕਹਿੰਦੇ ਬਸ ਇਹ ਪਤਾ ਕਿਹੋ ਜਿਹਾ, ਨਾ ਉਹ ਟੁੱਟੇ, ਇਹ ਟੁੱਟਦਾ ਵੀ ਨਹੀਂ ਇਹ ਜਨੇਊ, ਨਾ ਮਲ ਲੱਗੇ, ਨਾ ਇਹਨੂੰ ਮੈਲ ਲੱਗ ਸਕਦੀ ਆ, ਨਾ ਇਹਨੂੰ ਜਲੇ ਨਾ ਜਾਏ, ਇਹਨੂੰ ਅੱਗ ਵਿੱਚ ਸਾੜਿਆ ਵੀ ਨਹੀਂ ਜਾ ਸਕਦਾ। ਮੰਨ ਲਓ ਕਿਸੇ ਨੇ ਕੋਈ ਵਿੱਦਿਆ ਪੜ੍ਹੀ ਆ, ਇਵੇਂ ਤੁਹਾਨੂੰ ਵੱਧ ਸਮਝ ਆਊਗੀ ਇਹਨਾਂ ਗੱਲਾਂ ਦੀ, ਸਹਿਜ ਨਾਲ। ਉਹਨੂੰ ਚੋਰ ਚੋਰੀ ਨਹੀਂ ਕਰ ਸਕਦਾ, ਉਹਦੀਆਂ ਕਿਤਾਬਾਂ ਚੋਰੀ ਕਰ ਲੂਗਾ, ਪਰ ਜੋ ਉਹਦੇ ਅੰਦਰ ਹੈ ਗਿਆਨ, ਉਹਨੂੰ ਕੋਈ ਵੀ ਚੁਰਾ ਨਹੀਂ ਸਕਦਾ। ਉਹ ਅੱਗ ਦੇ ਨਾਲ ਸਾੜਿਆ ਨਹੀਂ ਜਾ ਸਕਦਾ, ਉਹਦਾ ਗਿਆਨ, ਉਹਨੂੰ ਚੋਰੀ ਨਹੀਂ ਕੀਤਾ ਜਾ ਸਕਦਾ, ਉਹਨੂੰ ਮੈਲ ਨਹੀਂ ਲੱਗ ਸਕਦੀ, ਉਹ ਟੁੱਟ ਨਹੀਂ ਸਕਦਾ। ਗੁਰੂ ਪਿਆਰਿਓ, ਕਹਿਣ ਦਾ ਭਾਵ ਇਹ ਆ ਵੀ ਉਦੋਂ ਫਿਰ ਉਹਨਾਂ ਜ਼ਮਾਨਿਆਂ ਵਿੱਚ ਬਾਬੇ ਨਾਨਕ ਨੇ 11 ਸਾਲ ਦੀ ਉਮਰ ਸੀ, ਇਹ ਆਖਿਆ, ਕਹਿੰਦੇ ਨਹੀਂ ਇਹ ਨਹੀਂ ਮੈਂ ਪਾ ਸਕਦਾ, ਮੈਂ ਜਨੇਊ ਪਾਵਾਂਗਾ ਉਹ ਜਿਹਦਾ ਕੋਈ ਅਰਥ ਹੋਊਗਾ, ਜਿਹਦਾ ਕੋਈ ਅਰਥ ਹੋਊਗਾ। ਪਹਿਲੇ ਜਾਮੇ ਦੀਆਂ ਇਹ ਗੱਲਾਂ ਨੇ। ਤੇ ਉਦੋਂ ਉਹ ਪੰਡਿਤ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਇਹ ਜਿਹੜਾ ਬੱਚਾ ਹੈ ਕਲਿਆਣ ਚੰਦ ਦਾ, ਮਹਿਤਾ ਜੀ ਦਾ, ਇਹ ਬਹੁਤ ਸਿਆਣਾ ਹੈ, ਬਹੁਤ ਸੂਝਵਾਨ ਹੈ। ਆਖਿਆ ਸੀ ਧੰਨ ਹੋ ਤੁਸੀਂ ਨਾਨਕ ਜੀ, 11 ਸਾਲ ਦੀ ਉਮਰ ਹੋਵੇ ਤੇ ਆਹ ਗੱਲਾਂ ਤੁਸੀਂ ਸਮਝ ਲਈਆਂ, ਇਹ ਚੀਜ਼ਾਂ ਤੁਸੀਂ ਜਾਣ ਲਈਆਂ। ਇਹ ਚੀਜ਼ਾਂ ਬਹੁਤ ਉੱਚੀਆਂ ਹੋ ਜਾਂਦੀਆਂ, ਬਹੁਤ ਸੁੱਚੀਆਂ ਹੋ ਜਾਂਦੀਆਂ। ਅਸੀਂ ਲੋਕ ਜਿਹੜੇ ਆ ਨਾ, ਉਹ ਕਰਮ ਕਾਂਡ ਦੇ ਵਿੱਚ ਫਸੇ ਹੋਏ ਆ। ਕਰਮ ਕਾਂਡ ਦਾ ਮਤਲਬ ਪਤਾ ਕੀ ਹੁੰਦਾ? ਇਹਨੂੰ ਮਸਕੀਨ ਸਾਹਿਬ ਜੀ ਨੇ ਬੜਾ ਕਲੀਅਰ ਕੀਤਾ ਇਹ ਗੱਲ ਨੂੰ। ਮੈਂ ਕੰਮ ਕਰਨਾ ਵੀ ਆ, ਪਰ ਉਹਦੇ 'ਚ ਮੇਰਾ ਮਨ ਨਹੀਂ ਹੈਗਾ। ਨਾਲੇ ਕਰਨਾ ਵੀ ਆ, ਨਾਲੇ ਨਹੀਂ ਵੀ ਕਰਨਾ। ਮੈਂ ਗੁਰਦੁਆਰੇ ਆਉਣਾ ਵੀ ਆ, ਪਰ ਮੇਰਾ ਮਨ ਨਹੀਂ ਉਹਦੇ ਵਿੱਚ। ਮੈਂ ਬਾਣੀ ਪੜ੍ਹਨੀ ਵੀ ਆ, ਗੁਟਕਾ ਸਾਹਿਬ ਹੱਥ ਵਿੱਚ ਫੜਨਾ ਵੀ ਆ, ਪਰ ਮੇਰਾ ਮਨ ਨਹੀਂ ਉਹਦੇ ਵਿੱਚ। ਮਨ ਕਿਤੇ ਹੋਰ ਆ। ਇਹਨੂੰ ਕਰਮ ਕਾਂਡ ਕਹਿੰਦੇ, ਇਹਨੂੰ ਬੱਧਾ ਚੱਟੀ ਕਹਿੰਦੇ ਮਹਾਰਾਜ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਐ, ਨਾਨਕ ਕਾਰਜ ਸਾਰ। ਇਹੋ ਜਿਹੇ ਕੰਮਾਂ 'ਚੋਂ ਵੀ ਬੰਦੇ ਨੂੰ ਕਦੇ ਖੁਸ਼ੀ ਮਿਲੀ ਆ? ਗੁਰੂ ਨਾਨਕ ਜੀ ਕਹਿੰਦੇ ਵੀ ਮਨ ਕਿਤੇ ਤਨ ਕਿਤੇ ਨਾ, ਕਦੇ ਵੀ ਨਹੀਂ ਮਿਲ ਸਕਦੀ। ਇਹ ਤਾਂ ਅਧਿਆਤਮ ਆ, ਇਹ ਤਾਂ ਅਧਿਆਤਮ ਆ, ਆਤਮਾ ਦੀ ਵਿੱਦਿਆ ਹੈ। ਇਹਦੇ ਲਈ ਕਿੰਨੀ ਜਾਗਰਤਾ, ਕਿੰਨਾ ਜਾਗਿਆ ਹੋਇਆ ਬੰਦਾ ਚਾਹੀਦਾ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਦਾ ਸੰਜੋਰ। ਗੁਰੂ ਸਾਹਿਬ ਜੀ ਉਹ ਪੰਡਿਤ ਹਰਦਿਆਲ ਨੂੰ ਕਹਿਣ ਲੱਗੇ ਆਪਣੇ ਮਨ ਤੇ ਆਪਣੇ ਤਨ ਨੂੰ
ਜਿਵੇਂ ਆਪਾਂ ਖੇਤੀ ਨੂੰ ਸਿੰਜਦੇ ਹਾਂ, ਕਿਆਰੇ ਬਣਾ ਕੇ ਸਬਜ਼ੀ ਲਾਉਂਦੇ ਹਾਂ, ਵਾਹੁੰਦੇ ਹਾਂ ਪੈਲੀ ਨੂੰ, ਇਵੇਂ ਆਪਦੇ ਮਨ ਤੇ ਤਨ ਨੂੰ ਵਾਹੋ, ਪਾਣੀ ਦੇ ਨਾਲ ਸਿੰਜੋ, ਬਾਣੀ ਦੇ ਨਾਲ ਸਿੰਜੋ, ਸਿੰਚੈ ਸੁਦਾ ਸੰਜੋਰ, ਤੇ ਉਹਦੇ ਵਿੱਚੋਂ ਕੁਝ ਉੱਗੇਗਾ। ਬੀਜ ਬੀਜ ਕੇ ਪਾਣੀ ਨਾ ਲਾਓ, ਕੁਝ ਨਹੀਂ ਉੱਗਦਾ। ਬੀਜ ਬੀਜ ਕੇ ਪਾਣੀ ਲਾਓ, ਉਹਦਾ ਖਿਆਲ ਰੱਖੋ, ਉੱਗੇਗਾ ਨਾ। ਬਿਲਕੁਲ ਇੱਦਾਂ ਹੀ ਆ। ਯਾ ਰਸ ਮਹਿ ਮਗਨ ਹੋਤ ਕਿਰਪਾ ਤੇ, ਮਹਾ ਵਿਖਿਆ ਤੇ ਤੋਰ। ਜੇ ਆਉਣਾ ਹੀ ਆ ਤਾਂ ਇੱਧਰ ਰਸ ਵੱਲ ਲੱਗ ਜਾਓ, ਬਾਕੀ ਹੋਰ ਪਾਸਿਆਂ ਤੋਂ ਆਪਣੀ ਪ੍ਰੀਤ ਨੂੰ ਜਿਹੜੀ ਬਣੀ ਹੋਈ ਆ ਤੋੜ ਕੇ, ਬਾਬੇ ਨਾਨਕ ਨੇ ਜਿਹੜਾ ਰਾਹ ਦੱਸਿਆ ਉਹਦੇ ਤੇ ਟੁਰੋ ਪਿਆਰੇ। ਰੱਬ ਦੇ ਜਿਹੜੇ ਪਿਆਰੇ ਨੇ, ਬਸ ਉਹਨਾਂ ਦਾ ਇਹ ਬਚਨ ਤੁਸੀਂ ਯਾਦ ਰੱਖੋ। ਜੇਕਰ ਤੁਸੀਂ ਬਾਬੇ ਨਾਨਕ ਦੇ ਰਾਹ ਤੇ ਟੁਰਨਾ ਚਾਹੁੰਦੇ ਹੋ, ਦੋ ਗੱਲਾਂ ਪੱਲੇ ਬੰਨੋ, ਦਿਲ 'ਚ ਉਹਦੀ ਯਾਦ ਤੇ ਬੁੱਲ੍ਹਾਂ ਦੇ ਉਹਦਾ ਸਿਮਰਨ। ਰੱਬ ਦੇ ਰਸਤੇ ਤੇ ਟੁਰਨ ਵਾਲਿਆਂ ਲਈ ਤਾਂ ਇਹ ਗੱਲ ਜ਼ਰੂਰੀ ਆ, ਦਿਲ 'ਚ ਉਹਦੀ ਪ੍ਰੀਤ, ਉਹਦੀ ਯਾਦ ਤੇ ਬੁੱਲ੍ਹਾਂ ਦੇ ਉਹਦਾ ਸਿਮਰਨ। ਬੁੱਲ੍ਹਾਂ ਤੇ ਉਹਦਾ ਸਿਮਰਨ ਕੱਲਾ ਹੋਵੇ, ਦਿਲ 'ਚ ਉਹਦੀ ਯਾਦ ਨਾ ਹੋਵੇ, ਗੱਲ ਨਹੀਂ ਬਣਦੀ। ਦਿਲ 'ਚ ਉਹਦੀ ਪੀੜ ਹੋਵੇ, ਬਿਰਹਾ ਹੋਵੇ, ਪਰ ਬੁੱਲ੍ਹਾਂ ਤੇ ਉਹ ਆ ਨਾ ਸਕੇ, ਫਿਰ ਵੀ ਗੱਲ ਨਹੀਂ ਬਣਦੀ। ਇਹ ਦੋਨੋਂ ਗੱਲਾਂ ਬੜੀਆਂ ਜ਼ਰੂਰੀ ਆ, ਬੁੱਲ੍ਹਾਂ ਤੇ ਉਹਦਾ ਸਿਮਰਨ, ਦਿਲ 'ਚ ਉਹਦੀ ਪ੍ਰੀਤ, ਦਿਲ 'ਚ ਉਹਦੀ ਯਾਦ। ਕਈ ਸਾਰੀ ਉਮਰ ਐਸੇ ਲੋਕ ਨੇ, ਉਹਨਾਂ ਦੇ ਨਾਂ ਤਾਂ ਹੋਠਾਂ ਤੇ, ਬੁੱਲ੍ਹਾਂ ਤੇ ਉਹਦਾ ਨਾਮ ਆਉਂਦਾ ਹੈ, ਨਾ ਦਿਲ ਵਿੱਚ ਉਹਦੀ ਯਾਦ ਆਉਂਦੀ ਆ। ਕਬੀਰ ਸਾਹਿਬ ਦਾ ਇੱਕ ਬਚਨ ਬੜਾ ਪਿਆਰਾ ਹੈ ਸੰਗਤ ਜੀ, ਇਤਨਾ ਪਿਆਰਾ, ਜਦੋਂ ਆਪਾਂ ਉਹਨਾਂ ਨੂੰ ਪੜ੍ਹਦੇ ਹਾਂ ਤੇ ਵਾਕਈ ਲੱਗਦਾ ਰੱਬ ਹੀ ਬੋਲ ਰਿਹਾ। ਕਬੀਰ ਨਹੀਂ ਬੋਲਦਾ, ਰੱਬ ਹੀ ਬੋਲਦਾ ਹੈ। ਕਹਿੰਦੇ ਜਿਹੜਾ ਬੰਦਾ ਸੌਂ ਰਿਹਾ ਹੋਵੇ, ਮੰਨ ਲਓ ਸੌਂ ਰਿਹਾ ਹੈ, ਸੁੱਤੇ ਬੰਦੇ ਨੂੰ ਕੀ ਪਤਾ, ਕੁਝ ਵੀ ਨਹੀਂ ਪਤਾ ਹੁੰਦਾ। ਆਪਾਂ ਕਹਿੰਦੇ ਮਰਿਆਂ ਬਰਾਬਰ ਆ, ਇੱਕ ਮੌਤ ਆ, ਛੋਟੀ ਮੌਤ ਆ ਸੌਣਾ, ਪਤਾ ਹੀ ਨਹੀਂ ਵੀ ਉਹਨੂੰ ਕਿੱਥੇ, ਜਿੱਥੇ ਮਰਜ਼ੀ ਲੈ ਜਾਓ ਬੰਦੇ ਨੂੰ। ਕਈ ਵਾਰ ਇੰਨੀ ਗੂੜੀ ਨੀਂਦ ਹੁੰਦੀ ਆ, ਨੀਂਦ ਹੁੰਦੀ ਆ, ਨੀਂਦ ਵਿੱਚ ਸੁਪਨੇ ਹੁੰਦੇ ਨੇ, ਸੁਪਨਿਆਂ ਦੇ ਵਿੱਚ ਬੰਦਾ ਕੁਝ ਬੋਲ ਵੀ ਦਿੰਦਾ। ਕਈ ਵਾਰ ਕਈ ਨਿਆਣੇ ਨੇ ਉਹ ਬੜਬੜਾਉਂਦੇ ਆ, ਆਪਾਂ ਕਹਿੰਦੇ ਇਹਨੂੰ ਨੀਂਦ 'ਚ ਬੋਲਣ ਦੀ ਆਦਤ ਆ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੁਪਨੇ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ। ਕਹਿੰਦੇ ਮੰਨ ਲਓ ਕੋਈ ਬੰਦਾ ਸੁੱਤਾ ਪਿਆ, ਸੌਂ ਰਿਹਾ, ਉਹਨੂੰ ਨੀਂਦ ਆ ਰਹੀ ਆ, ਨੀਂਦ ਵਿੱਚ ਉਹਨੂੰ ਸੁਪਨਾ ਆ ਗਿਆ, ਸੁਪਨੇ ਦੇ ਵਿੱਚ ਉਹਨੇ ਬੜਬੜਾਉਣਾ ਸ਼ੁਰੂ ਕੀਤਾ ਤੇ ਉਹ ਬੋਲਿਆ ਰਾਮ। ਬਸ ਉਹਨੇ ਇੰਨਾ ਇੱਕ ਵਾਰੀ ਕਿਹਾ ਰਾਮ, ਸੁਪਨੇ 'ਚ ਹੀ ਗਿਆ। ਨਾਲੇ ਆਪਾਂ ਹੁਣ ਇੱਥੇ ਬੈਠੇ ਹਾਂ, ਆਪਾਂ ਰਾਮ ਕਹਿੰਦੇ ਹਾਂ, ਪਰ ਉਹਨੇ ਇੱਦਾਂ ਨਹੀਂ ਕਦੇ ਵੀ ਆਖਿਆ, ਉਹਨੇ ਸੁਪਨੇ 'ਚ ਹੀ ਬਸ ਬੜਬੜਾਇਆ ਹੀ ਆ। ਉਹ ਕਹਿੰਦਾ ਰਾਮ ਤਾਕੇ ਪਗ ਕੀ ਪਾ ਨਹੀਂ, ਮੇਰੇ ਤਨ ਕੋ ਸ਼ਾਮ। ਹੁਣ ਕਬੀਰ ਸਾਹਿਬ ਜੀ ਨੂੰ ਪੁੱਛਿਆ ਕਿਸੇ ਨੇ, ਕਹਿੰਦੇ ਇਹ ਤੁਸੀਂ ਕਿਉਂ ਆਖਿਆ? ਕਹਿੰਦੇ ਉਹਨੂੰ ਫਿਰ ਮੈਂ ਪਤਾ ਕੀ ਦੇਵਾਂਗਾ, ਆਪਣੇ ਪਿੰਡੇ ਦੀਆਂ, ਆਪਣੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਉਹ ਬੰਦੇ ਦੇ ਸਰਾਣੇ ਰੱਖੂੰਗਾ ਵੀ ਉਹਦੀ ਅੱਖ ਖੁੱਲ੍ਹ ਜੇ ਤੇ ਉੱਠਣ ਤੋਂ ਬਾਅਦ ਉਹਨੂੰ ਪਾ ਲਵੇ। ਇੰਨੀ ਅਹਿਮੀਅਤ ਆ ਇਹ ਚੀਜ਼ ਦੀ ਸੰਗਤ ਜੀ। ਆਪਾਂ ਤਾਂ ਜਾਗਦੇ ਹੋਇਆਂ ਨੇ ਕਹਿਣਾ ਨਾ ਵਾਹਿਗੁਰੂ, ਕਿੱਡਾ ਵੱਡਾ ਇਹਦਾ ਫਲ ਹੋਊਗਾ। ਕਬੀਰ ਸਾਹਿਬ ਦੇ IQ ਆ ਜਿਹੜੀ, ਉਹਨਾਂ ਦੇ ਨਜ਼ਰੀਏ ਦੇ ਵਿੱਚ ਜਿਹੜਾ ਬੰਦਾ ਸੁੱਤਾ ਪਿਆ ਹੀ ਕਹੀ ਜਾਂਦਾ ਰਾਮ, ਉਹਨੂੰ ਇੱਥੋਂ ਤੱਕ ਦਰਜਾ ਮਿਲ ਗਿਆ, ਇੰਨਾ ਜ਼ਿਆਦਾ ਦਰਜਾ ਮਿਲ ਗਿਆ। ਜਿਹੜੇ ਬੰਦੇ ਹੁਣ ਜਾਗਦੇ ਹੋਏ ਕਹਿੰਦੇ ਹੋਣਗੇ, ਉਹਨਾਂ ਨੂੰ ਕਬੀਰ ਸਾਹਿਬ ਕੀ ਦੇਣਗੇ? ਉਹਨਾਂ ਲਈ ਕਿੱਡੀ ਵੱਡੀ ਅਹਿਮੀਅਤ ਹੋਊ ਨਾ। ਇਹ ਚੀਜ਼ਾਂ ਜਿਹੜੀਆਂ ਨੇ, ਅਖੀਰਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵੋ ਤੁਮਰੀ ਹੋਰ। ਮੈਂ ਬਹੁਤ ਜ਼ਿਆਦਾ ਦੁਖੀ ਹੋ ਕੇ ਤੇਰੇ ਰਾਹ ਤੇ ਆਇਆ ਹਾਂ। ਸੁੱਖ ਬੰਦੇ ਨੂੰ ਡੋਬਦੇ ਆ, ਸੁਖੀ ਬੰਦਾ ਉੱਠ ਨਹੀਂ ਸਕਦਾ ਜ਼ਿਆਦਾ ਅੰਮ੍ਰਿਤ ਵੇਲੇ। ਸੁਖੀ ਬੰਦਾ ਗੁਰੂ ਦੀ ਕਿਰਪਾ ਬਿਨਾਂ, ਜਿਹੜਾ ਉੱਠਦਾ ਉੱਤੇ ਕਿਰਪਾ ਹੀ ਆ। ਸੁੱਖ ਬੰਦੇ ਨੂੰ ਡੋਬ ਦਿੰਦੇ ਆ,
ਸੁੱਖ ਦੇ ਵਿੱਚ ਬੰਦਾ ਨਿਤਨੇਮ ਨਹੀਂ ਕਰਦਾ। ਦੇਖਿਆ ਗਿਆ ਬਹੁਤੇ ਲੋਕ ਐਸੇ ਨੇ, ਉਹ ਅੰਮ੍ਰਿਤ ਛਕ ਲੈਂਦੇ ਆ ਪਰ ਉਹ ਬਾਣੀ ਨਹੀਂ ਪੜ੍ਹਦੇ। ਇਹ ਬਹੁਤ ਗੱਲ ਕਈ ਵਾਰੀ ਇੱਥੋਂ ਤੱਕ ਇੰਟਰਵਿਊ ਦੇ ਵਿੱਚ ਹੁੰਦਾ ਵੀ ਉਹਨਾਂ ਤੋਂ ਜਿਹੜੇ ਪੱਤਰਕਾਰ ਨੇ ਪੁੱਛਦੇ ਆ ਵੀ 5 ਪਿਆਰਿਆਂ ਦੇ ਨਾਮ ਦੱਸਿਓ, ਉਹਨਾਂ ਤੋਂ ਦੱਸੇ ਨਹੀਂ ਜਾਂਦੇ। ਤਾਂ ਇਹ ਗੱਲਾਂ ਇਹ ਨਹੀਂ ਵੀ ਉਹਨਾਂ ਨੂੰ ਆਉਂਦੀਆਂ ਨਹੀਂ ਗੱਲਾਂ, ਗੱਲ ਆ ਵੀ ਉਹ ਕੋਸ਼ਿਸ਼ ਨਹੀਂ ਕਰਦੇ ਹੈਗੇ। ਦੁਖੀ ਬੰਦਾ ਰੱਬ ਦੇ ਰਾਹ 'ਤੇ ਆਉਂਦਾ ਹੈ, ਸੁਖੀ ਬੰਦਾ ਬਹੁਤ ਘੱਟ ਆਉਂਦਾ। ਪਹਿਲੀ ਦੁਨੀਆ ਦੇ ਵਿੱਚ ਇੱਕ ਕੌਮ ਆ ਜਿਹੜੀ ਦੁੱਖ ਨੂੰ ਦਵਾਈ ਕਹਿੰਦੀ ਆ, ਉਹ ਸਿੱਖ ਕੌਮ ਆ। ਗੁਰੂ ਨਾਨਕ ਸਾਹਿਬ ਜੀ ਦੁੱਖ ਨੂੰ ਦਵਾਈ ਕਹਿੰਦੇ ਆ, ਸੁੱਖ ਨੂੰ ਰੋਗ ਕਹਿੰਦੇ ਆ। ਸੁੱਖ ਬਹੁਤਾ ਆ ਗਿਆ ਬੰਦਾ ਕਦੇ ਨਹੀਂ ਕਹੂਗਾ ਵਾਹਿਗੁਰੂ, ਦੁੱਖ ਆ ਗਿਆ ਆਪੇ ਮੂੰਹ 'ਚੋਂ ਨਿਕਲੂਗਾ, ਕਹਿਣਾ ਵੀ ਨਹੀਂ ਪੈਣਾ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਤਾਂ ਮੈਨੂੰ ਉਹ ਵਾਹਿਗੁਰੂ ਅਭੈ ਪਦ ਦੇ, ਬਸ ਉਹ ਉਹੀ ਆ ਜਿਹੜਾ ਆਪਾਂ ਪਹਿਲਾਂ ਕਿਹਾ। ਕਲਮੇ ਗੋਇਆ ਕਿਤਾਬ ਦੇ ਵਿੱਚ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਅਭੈ ਪਦ ਕੀ ਹੁੰਦਾ ਹੈ, ਦਿਲ 'ਚ ਉਹਦੀ ਯਾਦ, ਬੁੱਲਾਂ ਦੇ ਉਹਦਾ ਸਿਮਰਨ। ਬਸ ਇਹ ਗੱਲਾਂ ਨੂੰ ਤੁਸੀਂ ਪੱਲੇ ਬੰਨਣਾ। ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ। ਇਵੇਂ ਬੰਦੇ ਦੇ ਜਿਹੜੇ ਬੰਧਨ ਨੇ ਉਹ ਕੱਟੇ ਜਾਂਦੇ ਨੇ, ਉਹਨਾਂ ਦੀ ਖਲਾਸੀ ਹੋ ਜਾਂਦੀ ਹੈ। ਇਹ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕੀ ਕਿਹਾ, ਬੱਧਾ ਚੱਟੀ ਨਾ ਕਰੋ, ਬੱਧਾ ਚੱਟੀ ਨਾ ਕਰੋ। ਗੁਟਕਾ ਸਾਹਿਬ ਹੱਥ 'ਚ ਆ, ਦਿਲ 'ਚ ਕੁਝ ਹੋਰ ਚੱਲ ਰਿਹਾ, ਇਹ ਨਾ ਕਰੋ। ਗੁਰਦੁਆਰੇ ਆਉਣੇ ਹੋ, ਗੁਰਦੁਆਰੇ ਹੀ ਆਓ, ਕੁਝ ਹੋਰ ਨਾ ਕਰੋ। ਤੁਰ ਰਹੇ ਹੋ, ਤੁਰੋ, ਕੁਝ ਹੋਰ ਨਾ ਕਰੋ। ਘਰ ਵਿੱਚ ਬੈਠੇ ਹੋ, ਜੋ ਕੰਮ ਕਰ ਰਹੇ ਹੋ ਉਹ ਕਰੋ, ਕੁਝ ਹੋਰ ਨਾ ਕਰੋ। ਇਹਨੂੰ ਬੱਧਾ ਚੱਟੀ ਕਹਿੰਦੇ ਨੇ। ਇਹਦੇ ਲਈ ਤਾਂ ਬੜੀ ਸਿੱਖਿਆ ਮਹਾਰਾਜ ਨੇ ਦਿੱਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ। ਜੋ ਸਾਡੀ ਕੀਤੀ ਹੋਈ ਇਹ ਵਿਚਾਰ ਹੈ ਹਿਰਦਿਆਂ ਵਿੱਚ ਵਸ ਜਾਵੇ ਜੀ। ਗੁਰ ਸ਼ਬਦਾਂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਜਿਹੜੇ ਉਮਰ ਵਿੱਚ ਵੱਡੇ ਨੇ ਸਾਡੇ ਤੋਂ, ਉਹਨਾਂ ਦਾ ਸਤਿਕਾਰ ਕਰੀਏ। ਛੋਟੇ ਨੇ ਜੋ, ਉਹਨਾਂ ਨਾਲ ਪਿਆਰ ਕਰੀਏ। ਬਾਣੀ ਨੂੰ ਸਮਝ ਕੇ ਪੜ੍ਹੀਏ, ਹੌਲੀ ਹੌਲੀ ਤਰੀਕੇ ਨਾਲ, ਸਲੀਕੇ ਨਾਲ। ਕਾਹਲ ਨਾ ਕਰੀਏ, ਕਾਹਲ ਕਰਨ ਵਾਲੀ ਇਹਦੇ ਵਿੱਚ ਕੋਈ ਗੱਲ ਹੈ ਨਹੀਂ। ਬਾਣੀ ਜਿਹੜੀ ਹੈ ਉਹ ਸਹਿਜ ਹੈ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸ ਜਾਵੇ। ਗੁਰ ਸ਼ਬਦਾਂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਉੱਚਾ ਚੁੱਕੀਏ। ਉੱਚੇ ਅਖਲਾਕ ਵਾਲੇ ਬਣੀਏ, ਉੱਚੇ ਸੁੱਚੇ ਕਿਰਦਾਰ ਵਾਲੇ ਬਣੀਏ। ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ ਜੀ। ਆਓ ਹੁਣ ਆਪਾਂ ਅੱਖਾਂ ਮੀਟ ਕੇ ਵਾਹਿਗੁਰੂ ਵਾਹਿਗੁਰੂ, ਦਿਲ 'ਚ ਉਹਦੀ ਯਾਦ ਅਤੇ ਬੁੱਲਾਂ 'ਤੇ ਉਹਦਾ ਸਿਮਰਨ। ਇਹ ਗੱਲਾਂ ਦੋਨੋਂ ਹੀ ਜ਼ਰੂਰੀ ਆ। ਤਾਂ ਉਹਦੇ ਵਿੱਚੋਂ ਇੱਕ ਤਾਂ ਕਰੀਏ ਨਾ, ਕੀ ਪਤਾ ਉਹ ਕਹਿਣ ਨਾ ਅੰਦਰ ਉਹਦੀ ਯਾਦ ਆ ਜਾਵੇ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ
ਵਾਹਿਗੁਰੂ ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।